ਹਾਂਜੀ ਦੋਸਤੋ, ਸਭ ਤੋਂ ਪਹਿਲਾਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਪਹੁੰਚਿਆ ਹੋਇਆ ਪਟਿਆਲੇ ਬਾਈਪਾਸ ਤੇ ਦਲਾਨਪੁਰ ਐਗਰੀ ਫਾਰਮ ਦੇ ਵਿੱਚ, ਜਿੱਥੇ ਕਿ ਕਣਕ ਤੇ ਝੋਨੇ ਦੇ ਜਿਹੜੇ ਸੀਡ ਨੇਗੇ ਉਹਨਾਂ ਦਾ ਬੀਜ ਵਧੀਆ ਕੁਆਲਿਟੀ ਨਾਲ ਚੰਗੀ ਤਰ੍ਹਾਂ 2-3 ਵਾਰੀ ਪ੍ਰੋਸੈਸ ਦੇ ਵਿੱਚ ਲਿਆ ਕੇ ਉਹਨੂੰ ਸੋਧਿਆ ਜਾਂਦਾ। ਤੇ ਅੱਜ ਮੈਂ ਇੱਥੇ ਤੁਹਾਨੂੰ ਮਿਲਾਉਂਗਾ ਡਾਕਟਰ ਸਤਨਾਮ ਸਿੰਘ ਜੀ ਨਾਲ, ਜਿਹੜੇ ਇਹ ਸਾਰਾ ਕੁਝ ਦੇ। ਹਾਂਜੀ ਦੋਸਤੋ, ਇਹ ਨਾ ਜਿਹੜਾ ਦਲਾਨਪੁਰ ਐਗਰੀ ਫਾਰਮ ਹੈ, ਜਿੱਥੇ ਸੀਡ ਦਾ ਕੰਮ ਹੈ, ਆਹ ਤੁਸੀਂ ਸਾਰੀ ਮਸ਼ੀਨਰੀ ਦੇਖ ਸਕਦੇ ਹੋ ਉਹਨਾਂ ਦੀ ਹੈ। ਤੇ ਇਹ ਜਿਹੜਾ ਫਾਰਮ ਹੈ, ਕੈਪਟਨ ਅਮਰਿੰਦਰ ਸਿੰਘ ਜੀ ਜੋ ਕਿ ਮੁੱਖ ਮੰਤਰੀ ਨੇ ਪੰਜਾਬ ਦੇ ਇਸ ਟਾਈਮ, ਉਹਨਾਂ ਦੇ ਨਾਨਕੇ ਪਰਿਵਾਰ ਦੀ ਸਾਰੀ ਜਾਇਦਾਦ ਹੈ। ਇੱਥੇ ਇਹਨਾਂ ਦਾ ਹੈਗਾ 200 ਤੋਂ ਉੱਪਰ ਏਕੜ ਦੇ ਵਿੱਚ, ਜਿੱਥੇ ਇਹ ਆਪਣੇ ਸੀਡ ਵਗੈਰਾ ਤਿਆਰ ਕਰਨ ਲਈ ਆਪਦੇ ਵਧੀਆ ਕੁਆਲਿਟੀ ਦੀਆਂ ਫਸਲਾਂ ਲਾਉਂਦੇ ਆ ਤੇ ਉਸ ਤੋਂ ਬਾਅਦ ਉਹ 'ਤੇ ਚੰਗੀ ਤਰ੍ਹਾਂ ਦੇਖਭਾਲ ਕਰਕੇ ਪੂਰਾ ਵਧੀਆ ਸੀਡ ਵਗੈਰਾ, ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਵਧੀਆ ਕਿਸਮ ਦਾ ਬੀਜ ਤਿਆਰ ਕਰਦੇ ਹੈਗੇ। ਅਤੇ ਇੱਥੇ ਜਿਹੜਾ ਇਹਨਾਂ ਦਾ ਸਾਰਾ ਪ੍ਰੋਸੈਸਿੰਗ ਦਾ ਕੰਮ ਹੈ ਅਤੇ ਉਹਦੀ ਸਾਂਭ ਸੰਭਾਲ ਦਾ ਕੰਮ ਹੈ, ਉਹ ਡਾਕਟਰ ਸਤਨਾਮ ਸਿੰਘ ਜੀ ਦੇਖਦੇ ਹੈਗੇ, ਜਿਨ੍ਹਾਂ ਨਾਲ ਆਪਾਂ ਤੁਹਾਨੂੰ ਮਿਲਾਵਾਂਗੇ। ਅਤੇ ਆਹ ਸਾਰੀ ਮਸ਼ੀਨਰੀ ਦਿਖਾਉਣ ਦਾ ਤੁਹਾਨੂੰ ਇਹ ਕਾਰਨ ਹੈ ਵੀ ਆਪਣੇ ਪੰਜਾਬ ਦੇ ਵਿੱਚ, ਖਾਸ ਕਰਕੇ ਆਪਣੀ ਮਾਲਵਾ ਬੈਲਟ ਦੇ ਵਿੱਚ, ਅਸੀਂ ਕੋਈ ਐਡਾ ਵੱਡਾ ਸੀਡ ਫਾਰਮ ਬਹੁਤ ਘੱਟ ਦੇਖੇ ਹੈਗੇ ਵੀ ਜਿੱਥੇ ਸਾਰੀ ਮਸ਼ੀਨਰੀ A to Z ਆਪਦੀ ਹੋਵੇ। ਕਿਉਂ ਨਹੀਂ, ਜਿਹੜੇ ਸਾਡੇ ਸੀਡ ਫਾਰਮ ਨੇ ਹੈ ਨਾ, ਉਹ ਕੀ ਕਰਦੇ ਹੈਗੇ ਵੀ ਜਿਹੜੇ ਸਾਡੇ ਕਿਸਾਨ ਨੇ ਉਹਨਾਂ ਨੂੰ ਸੀਡ ਦੇ ਦਿੰਦੇ ਆ ਅਤੇ 1-2 ਦਵਾਈਆਂ ਦੇ ਦਿੰਦੇ ਹੈਗੇ ਵੀ ਤੁਸੀਂ ਬੀਜ ਤਿਆਰ ਕਰੋ। ਪਰ ਇਹਨਾਂ ਦੀ ਜਿਹੜੀ ਕੁਆਲਿਟੀ ਸਾਨੂੰ ਲੱਗੀ ਵੀ ਇਹ ਆਪ ਹੀ ਆਪਦੇ ਵਾਹਣ ਦੇ ਵਿੱਚ ਉਸ ਕਿਸਮ ਦੀਆਂ ਵੈਰਾਈਟੀਆਂ ਬੀਜਦੇ ਆ, ਚਾਹੇ ਬਾਸਮਤੀ ਹੋ ਗਈ, ਚਾਹੇ ਦੂਜੀ ਆਪਣੀ ਪੀਲੀ ਊਸ਼ਾ ਹੋ ਗਈ, ਜਾਂ ਦੂਜੀਆਂ ਝੋਨੇ ਦੀਆਂ ਵੈਰਾਈਟੀਆਂ ਜਾਂ ਕਣਕ ਦੀਆਂ ਵੈਰਾਈਟੀਆਂ ਜੋ ਵੀ ਨੇ, ਇਹ ਆਪਦੇ ਜ਼ਮੀਨ ਦੇ ਵਿੱਚ ਲਾਉਂਦੇ ਆ ਅਤੇ ਉਹਨੂੰ ਆਪਦੀ ਦੇਖਭਾਲ ਦੇ ਵਿੱਚ ਡਾਕਟਰ ਸਤਨਾਮ ਸਿੰਘ ਜੀ ਹੋਰੀ ਉਹਦੀ ਕੇਅਰ ਟੇਕ ਕਰਦੇ ਹੈਗੇ। ਅਤੇ ਉਸ ਤੋਂ ਬਾਅਦ ਉਹਨੂੰ ਅੱਗੇ ਤੁਹਾਡੀ ਕਚਹਿਰੀ ਦੇ ਵਿੱਚ ਪੇਸ਼ ਕਰਨ ਲਈ ਕਿਵੇਂ ਉਹ ਚੀਜ਼ ਪ੍ਰੋਸੈਸ ਹੋ ਕੇ ਆਉਂਦੀ ਹੈਗੀ, ਆਜੋ ਤੁਹਾਨੂੰ ਦਿਖਾਉਣਾ ਡਾਕਟਰ ਸਤਨਾਮ ਸਿੰਘ ਜੀ ਨਾਲ ਗੱਲਬਾਤ ਕਰਾਉਣੀ ਆ। ਚਲੋ ਦੇਖੋ, ਇੱਥੇ ਤੇ ਸ਼ੁਰੂ ਕਰਦੇ ਹਾਂ। ਇਹ ਨਾ ਜਿਹੜਾ ਸਾਡਾ ਇਹ ਬੀਜ ਫਾਰਮ ਹੈ, ਅਸੀਂ 2 ਤਰ੍ਹਾਂ ਦੇ ਬੀਜ ਤਿਆਰ ਕਰਦੇ ਹਾਂ, ਇੱਕ ਕਣਕ ਦਾ ਤੇ ਇੱਕ ਝੋਨੇ ਦਾ। ਠੀਕ ਹੈ ਜੀ। ਜਿਹੜੀ ਜਦ ਅਸੀਂ ਫਸਲ ਬੀਜਦੇ ਹਾਂ, ਕੋਈ ਮੰਨ ਲਿਆ ਵੀ ਕੋਈ ਵੈਰਾਈਟੀ ਬੀਜੀ ਹੈ, ਮੰਨ ਲਿਆ 11-21 ਬੀਜ ਦਿੱਤੀ, ਹਾਂਜੀ, ਤੇ ਉਹਦੇ ਨਾਲ ਮੰਨ ਲਿਆ ਇੱਕ 1509 ਬੀਜਤੀ, ਉਹਦੇ ਨਾਲ ਦੇ ਖੇਤ ਦੇ ਵਿੱਚ 666 ਬੀਜਤੀ। ਠੀਕ ਹੈ ਜੀ। ਫਿਰ ਅਸੀਂ ਪਹਿਲੀ ਗੱਲ ਤਾਂ ਉਹਨੂੰ ਪਿਓਰ ਰੱਖਣ ਦੇ ਵਾਸਤੇ ਪਹਿਲੇ ਤਾਂ ਜਿਹੜਾ ਬੀਜ ਹੁੰਦਾ ਸਾਡਾ ਬੀਜੇ ਪਿਓਰ ਹੁੰਦਾ, ਉਹਦੇ ਵਿੱਚ ਵੀ ਕਦੇ ਕੋਈ ਦਾਣਾ ਕਿਸੇ ਕਿਸਮ ਦਾ ਕੋਈ ਮਿਲਾਵਟ ਦਾ ਆ ਜਾਵੇ, ਫਿਰ ਅਸੀਂ ਉਹਨੂੰ ਜਦ ਥੋੜ੍ਹਾ ਜਿਹਾ ਪਹਿਚਾਣ ਹੋ ਜਾਂਦੀ ਵੀ ਇਹ ਜਿਹੜਾ ਪੇਡਾ ਦੂਜੀ ਮਿਕਸ ਹੈ, ਫਿਰ ਅਸੀਂ ਉਹਨੂੰ ਛਾਂਟੀ ਕਰਾ ਦਿੰਦੇ ਹਾਂ ਲਿਆ ਕੇ। ਉਹ ਛਾਂਟੀ ਕਰਕੇ ਨਾ ਫਿਰ ਜਿਹੜੀ ਬਾਕੀ ਫਸਲ ਰਹਿ ਜਾਂਦੀ ਉਹ ਪਿਓਰ ਰਹਿ ਜਾਂਦੀ ਹੈ। ਫਿਰ ਉਹਨੂੰ ਜਦ ਕੱਟਦੇ ਹਾਂ, ਕੱਟਦੇ ਸਮੇਂ ਵੀ ਇਸ ਚੀਜ਼ ਦਾ ਧਿਆਨ ਰੱਖਿਆ ਜਾਂਦਾ ਹੈ ਵੀ ਕਿਤੇ ਕੋਈ ਸਾਈਡਾਂ ਦੇ ਵਿੱਚ ਕੋਈ ਇੱਧਰ ਦਾ ਦਾਣਾ ਇੱਧਰ ਨਾ ਚਲੇਗਾ। ਉਹ ਜਿਹੜੀ ਚਾਰੋਂ ਪਾਸੇ ਦੀ ਹੁੰਦੀ ਹੈ, ਉਹ ਮਸ਼ੀਨ ਇੱਕ ਖਾਲੀ ਉਹਦੇ 'ਚ ਸਾਈਡ ਇੱਦਾਂ ਵੱਢ ਲੈਂਦੇ ਹਾਂ, ਉਹਨੂੰ ਇੱਕ ਦੜੇ ਦੇ ਵਿੱਚ ਕੱਢ ਦਿੰਦੇ ਹਾਂ ਤਾਂ ਕਿ ਉਹ ਜਿਹੜਾ ਸੈਂਟਰ ਵਾਲਾ ਪੋਰਸ਼ਨ ਰਹਿ ਜਾਵੇ, ਉਹ ਪਿਓਰ ਬੀਜ ਰਹਿ ਜਾਵੇ। ਉਹਨੂੰ ਅਸੀਂ ਉਸ ਬੀਜ ਮਿਕਸ ਨਹੀਂ ਕਰਦੇ ਜਿਹੜਾ ਉਹ ਦੜਾ ਕੱਢਿਆ ਹੁੰਦਾ, ਚਾਰੋਂ ਪਾਸੇ ਘੁਮਾਈ ਹੋਈ ਹੁੰਦੀ। ਠੀਕ ਹੈ, ਠੀਕ ਹੈ। ਅਤੇ ਉਸ ਤੋਂ ਬਾਅਦ ਫਿਰ ਲਿਆ ਕੇ ਉਹਨੂੰ ਅਸੀਂ ਇੱਥੇ ਗੋਡਾਊਨਾਂ ਦੇ ਵਿੱਚ, ਆ ਦੇਖੋ ਗੋਡਾਊਨ ਹੈ ਇਹਦੇ 'ਚ ਹੁਣ ਕਣਕ ਹੈ, ਕਣਕ ਨੂੰ ਫੂਮੀਗੇਸ਼ਨ ਕਰਿਆ ਹੋਇਆ, ਇਹਨੂੰ ਪੱਕਾ ਦਵਾਈ ਪਾ ਕੇ ਸੀਲ ਕਰਿਆ ਹੋਇਆ। ਜਦ ਇਹਦੀ ਗ੍ਰੇਡਿੰਗ ਕਰਾਂਗੇ, ਫਿਰ ਇਹ ਗ੍ਰੇਡਿੰਗ ਮੈਂ ਇਹ ਪਿਛਲੇ ਝੋਨੇ ਦੇ ਸਾਡੇ ਕੋਲ ਬੀਜ ਬਚੇ ਹੋਏ ਆ। ਠੀਕ ਹੈ ਜੀ। ਅਤੇ ਆਓ ਤੁਹਾਨੂੰ ਉਹ ਦਿਖਾਉਂਦੇ ਵੀ ਇਹ ਕਿਸ ਤਰ੍ਹਾਂ ਇਹ ਮਸ਼ੀਨਾਂ ਜਿਹੜੀਆਂ ਗ੍ਰੇਡਿੰਗ ਕਿੱਦਾਂ ਕਰਦੀ ਹੈ ਇਹ। ਤੇ ਇੱਕ ਮੈਂ ਦੋਸਤੋ ਤੁਹਾਨੂੰ ਦੱਸ ਦੇਣਾ ਚਾਹਾਂ ਕਿ ਇੱਕ ਵਾਰੀ ਮੈਂ ਪਹਿਲਾਂ ਵੀ ਇੱਥੇ ਵਿਜ਼ਿਟ ਕੀਤਾ ਸੀ, ਬਟ ਅਨਫੋਰਚੂਨੇਟਲੀ ਉਹ ਮੇਰੀ ਗਲਤੀ ਦੇ ਨਾਲ ਉਹ ਡਾਟਾ ਮੈਥੋਂ ਡਿਲੀਟ ਹੋ ਗਿਆ ਸੀ। ਮੈਂ ਸੋ ਅੱਜ ਇੱਥੇ ਦੁਬਾਰਾ ਵਿਜ਼ਿਟ ਕਰਨ ਆਇਆ ਗਾ, ਅਤੇ ਦੁਬਾਰਾ ਆਪਾਂ ਡਾਕਟਰ ਸਾਹਿਬ ਜੀ ਤੋਂ ਜਿਹੜਾ ਸਮਾਂ ਗਾ ਉਹ ਲਿਆ ਗਾ। ਆ ਨਾ ਇਹ ਤੁਹਾਨੂੰ ਦੱਸਦੇ, ਇਹਦੇ ਹੇਠ ਜਾਲੀ ਲੱਗੀ ਹੋਈ ਹੈ। ਆਹ ਥੋੜ੍ਹਾ ਜਿਹਾ ਤੁਹਾਨੂੰ ਮੈਂ ਖੋਲ੍ਹ ਕੇ ਦਿਖਾ ਦਿੰਦਾ। ਇਸ ਤਰ੍ਹਾਂ ਸੇਮ ਬਾਹਰ ਹੈ, ਮਤਲਬ ਜਿਹੜੀ ਕੋਈ ਮੰਨ ਲਿਆ ਵੀ ਡਾਇਰੈਕਟ ਅਸੀਂ ਖੇਤ 'ਚੋਂ ਲੈ ਕੇ ਆਏ, ਟਰੋਲੀ ਲੈ ਕੇ ਆਏ, ਉਹਨੂੰ ਉੱਥੇ ਲਿਫਟ ਚੱਕੀ ਪਿੱਛੇ ਗਿਰ ਜਾਂਦੀ ਹੈ, ਉਹ ਇਹਦੇ ਵਿੱਚ ਹੇਠਾਂ ਜਿਹੜਾ
ਖੱਡਾ ਕਰਿਆ ਹੋਇਆ ਸਮਝ ਲੈ ਵੀ ਉਹਦੇ ਵਿੱਚ ਚਲੇ ਜਾਂਦੀ ਹੈ। ਠੀਕ ਹੈ ਜੀ। ਉਹ ਜਾ ਕੇ ਫਿਰ ਇਹ ਐਲੀਵੇਟਰ ਲੱਗੇ ਹੋਏ ਆ, ਇਹ ਮਸ਼ੀਨ ਤੇ ਚੱਲਦੀ ਹੈ ਨਾ, ਹੇਠਾਂ ਤੇ ਉਹਨੂੰ ਉਹ ਚੱਕਦੇ ਆ, ਐਲੀਵੇਟਰ ਉੱਪਰ ਲੈ ਜਾਂਦੇ ਆ, ਉੱਪਰ ਟੌਪ ਤੇ ਲਿਜਾ ਕੇ ਫਿਰ ਉਹ ਜਿਹੜਾ ਸਿਸਟਮ ਹੈ ਇਹਦੇ ਵਿੱਚ ਆ ਜਾਂਦੇ ਆ। ਜਿਹੜੀ ਪੂਰੀ ਕੋਈ ਵੀ ਫਸਲ, ਕੋਈ ਮਤਲਬ ਵੈਰਾਈਟੀ ਪਾਈ ਹੈ, ਕੋਈ ਚਾਹੇ ਝੋਨਾ ਪਾਇਆ ਹੈ, ਚਾਹੇ ਕੋਈ ਕਣਕ ਦੀ ਹੈ, ਉਹ ਇਹਦੇ ਵਿੱਚ ਲੈ ਜਾਂਦੇ ਆ। ਇੱਥੇ ਆ ਕੇ ਇੱਥੇ ਮੈਂ ਤੁਹਾਨੂੰ ਇੱਕ ਵਿੱਚ ਨੂੰ ਗੱਲ ਦੱਸਣੀ ਚਾਹੁੰਦਾ ਵੀ ਨਾ ਇਹਨੂੰ ਪਿਓਰ ਰੱਖਣ ਦੇ ਵਾਸਤੇ ਇਹਦੇ ਇੱਕ ਇੱਕ ਜਿਹੜੀ ਦਾਣਾ ਉਹ ਵਿੱਚੋਂ ਕੱਢਿਆ ਜਾਂਦਾ। ਸਾਡੇ ਕੋਲ ਉਹ ਕੰਪਰੈਸ਼ਰ ਪਿਆ ਹੈ, ਤੁਸੀਂ ਉਹ ਕੰਪਰੈਸ਼ਰ ਪਿਆ ਹਵਾ ਵਾਲਾ, ਬਿਲਕੁਲ ਉਹ ਹਵਾ ਮਾਰ ਕੇ ਇਹਨੂੰ ਬਿਲਕੁਲ ਐਨੀ 100% ਤਸੱਲੀ ਕਰੇ ਵੀ ਇਹਦੇ 'ਚ ਕੋਈ ਦੂਜੀ ਵੈਰਾਈਟੀ ਦਾ ਮਿਕਸ ਦਾਣਾ ਨਹੀਂ ਰਹਿ ਗਿਆ। ਕਿਉਂਕਿ ਹਵਾ ਨਾਲ ਇਹਨੂੰ ਪੂਰਾ ਸਾਫ਼ ਕੀਤਾ ਜਾਂਦਾ ਹੈ। ਬਿਲਕੁਲ ਪਹਿਲਾਂ ਦੂਜੇ ਇਹਨੂੰ ਇਹਦੇ ਪੁਰਜੇ ਸਾਰੇ ਖੋਲ੍ਹੇ ਜਾਂਦੇ ਆ, ਇਹਦੇ ਛੱਜ ਲੱਗੇ ਹੋਏ ਹੁੰਦੇ ਆ ਜਿਹੜੇ ਉਹਨੂੰ ਸਾਫ਼ ਕਰਦੇ ਆ। ਠੀਕ ਹੈ ਜੀ। ਉਹਨਾਂ ਛੱਜਾਂ ਨੂੰ ਬਾਹਰ ਕੱਢ ਕੇ ਇਹਨੂੰ ਬਿਲਕੁਲ ਸਾਫ਼ ਕਰਕੇ ਫਿਰ ਇਹਦੇ 'ਚ ਆਉਂਦਾ। ਮੰਨ ਲਿਆ ਵੀ ਉਹਨੇ 11-21 ਦੀ ਗ੍ਰੇਡਿੰਗ ਹੋ ਰਹੀ ਹੈ ਤਾਂ ਮੈਂ ਅਗਲੀ ਵੈਰਾਈਟੀ 1509 ਕਰਨੀ ਹੈ, ਗ੍ਰੇਡ ਕਰਨੀ ਹੈ, ਤਾਂ ਇਹਨੂੰ ਬਿਲਕੁਲ ਪਹਿਲਾਂ ਸਾਰੀ ਮਸ਼ੀਨ ਨੂੰ ਐਨ 100% ਤਸੱਲੀ ਕਰੋ ਵੀ ਇਹਦੇ 'ਚ ਕੋਈ 11-21 ਦਾ ਦਾਣਾ ਤਾਂ ਨਹੀਂ ਰਹਿ ਗਿਆ। ਫਿਰ ਇਹਦੇ 'ਚ ਆਉਣਾ। ਫਿਰ ਉਹਦੇ 'ਚ ਵੀ ਜਦ ਪਹਿਲਾਂ 5-7 ਬੈਗ ਹੈ ਜਿਹੜੇ ਉਹ ਅਲੱਗ ਕੱਢ ਦਿੱਤੇ ਜਾਂਦੇ ਤਾਂ ਕਿ ਉਹਨਾਂ ਨਾਲ ਕਿਤੇ ਗਲਤੀ ਨਾਲ ਕੋਈ ਦਾਣਾ ਨਾ ਰਹਿ ਗਿਆ। ਠੀਕ ਹੈ। ਫਿਰ ਉਹ ਐਲੀਵੇਟਰ ਚੱਕ ਕੇ ਲਿਆ ਕੇ ਮੈਂ ਤੁਹਾਨੂੰ ਫਿਰ ਉੱਥੀ ਤੇ ਸ਼ੁਰੂ ਕਰਦਾ। ਇਹਦੇ 'ਚੋਂ ਇਹ ਚੱਕ ਕੇ ਲਿਆ ਕੇ ਸਾਨੂੰ ਇਹਦੇ ਵਿੱਚ ਆ ਜਾਂਦੀ ਹੈ। ਇਹ ਫਿਰ ਇਹ ਵਿੱਚ ਛੱਜ ਲੱਗੇ ਹੋਏ ਆ ਇਹ ਫਿਰ ਇਹਨੂੰ ਐਦਾਂ ਕਰਕੇ ਫੰਕਸ਼ਨ ਕਰਦੀ ਹੈ ਜਦ ਮਸ਼ੀਨ ਇਹ। ਫਿਰ ਛੱਜ ਨੂੰ ਕਿੰਨਾ ਪਿਓਰ ਕਰ ਰੱਖਣਾ, ਕਿੰਨਾ ਘੱਟ ਵੱਧ ਦਾਣਾ ਕਿਸ ਤਰ੍ਹਾਂ, ਇਹ ਮਸ਼ੀਨਾਂ ਦੀ ਸੈਟਲਮੈਂਟ ਇਹਦੇ ਨਾਲ ਕਰਦੇ ਆ। ਠੀਕ ਹੈ ਜੀ। ਫਿਰ ਇੱਥੇ 3 ਬੈਗ ਲੱਗਦੇ ਆ। ਇਹ ਦੇਖੋ ਇਹਦੇ 'ਚ ਉਹ ਕਰਦੇ ਆ। ਜਦੋਂ ਛੱਜ ਛਾਣਦੇ ਆ ਨਾ, ਇੱਕ ਦੇ ਵਿੱਚ ਤਾਂ ਇਹਦੇ ਪੂਰਾ ਕੋਈ ਕੰਕੜ ਹੋਵੇ, ਕੋਈ ਪੱਥਰ ਹੋਵੇ, ਕੋਈ ਮਿੱਟੀ ਹੋਵੇ, ਇੱਕ ਬੈਗ 'ਚ ਉਹ ਆ ਜਾਂਦੇ ਆ। ਠੀਕ ਹੈ ਜੀ। ਤੇ ਇੱਕ ਬੈਗ ਦੇ ਵਿੱਚ ਕੋਈ ਫੂਸ ਹੁੰਦਾ ਹੈ, ਕੋਈ ਵਿੱਚ ਹੋਰ ਵੈਰਾਈਟੀ ਦਾ ਦਾਣਾ ਹੁੰਦਾ ਹੈ ਗਲਤੀ ਨਾਲ ਮਿਕਸ, ਉਹ ਇਹਦੇ 'ਚ ਆ ਜਾਂਦਾ। ਠੀਕ ਹੈ ਜੀ। ਇਹਦੇ 'ਚ ਵੀ ਬੈਗ ਲੱਗਦਾ ਹੈ। ਫਿਰ ਤੀਜਾ ਹੋਰ ਜੋ ਪਿਓਰ ਹੋ ਕੇ ਨਿਕਲਦਾ ਹੈ ਉਹ ਇਹਦੇ 'ਚ ਆ ਜਾਂਦਾ। ਠੀਕ ਹੈ। ਠੀਕ ਹੈ ਨਾ। ਇਹਨੂੰ ਫਿਰ ਇੱਥੇ ਇਸ ਨੂੰ ਨਹੀਂ ਇਸਤੇਮਾਲ ਕਰਦੇ ਕਿਉਂਕਿ ਅਸੀਂ ਇਹਨੂੰ ਹੋਰ ਜ਼ਿਆਦਾ ਗ੍ਰੇਡ ਕਰਨਾ ਹੁੰਦਾ। ਠੀਕ ਹੈ। ਫਿਰ ਇਹਨੂੰ ਬੰਦ ਕਰਨੇ। ਇਹਦੇ ਵਿੱਚ ਆ ਕੇ ਸੇਮ ਚੀਜ਼ ਇੱਥੇ ਫੇਰ ਰਿਪੀਟ ਹੁੰਦੀ ਹੈ। ਅੱਗੇ ਮੰਨ ਲਓ ਜੇ ਤਾਂ ਫਸਟ ਸਟੇਜ ਉੱਤੇ ਮੰਨ ਕੇ ਚਲੋ ਆਪਾਂ ਗ੍ਰੇਡ ਕੀਤਾ ਹੋਇਆ ਬੀਜ ਲੈਣਾਗਾ, ਉਹ ਵੀ ਪਿਓਰ ਹੋਊਗਾ, ਉਹ ਤਾਂ ਆਪਾਂ ਇੱਥੋਂ ਲੈ ਸਕਦੇ ਹਾਂ। ਬਟ ਜੇ ਉਹਨੂੰ ਹੋਰ ਪਿਓਰ ਕਰਨਾ ਤਾਂ ਆਪਾਂ ਇੱਧਰ ਅਸੀਂ ਕਰਦੇ ਹੀ ਹੋਰ ਪਿਓਰ ਹੈ। ਓਕੇ ਜੀ। ਕਰਦੇ ਹੀ ਵੈਸੇ ਪਿਓਰ ਤਾਂ ਇੱਥੇ ਹੀ ਹੋ ਜਾਂਦਾ ਹੈ। ਹਾਂ, ਬਟ ਅਸੀਂ ਕਹਿੰਦੇ ਵੀ ਨਹੀਂ, ਸਾਡੀ ਆਪਣੀ ਤਸੱਲੀ ਵਾਸਤੇ ਇਹਨੂੰ ਹੋਰ ਜ਼ਿਆਦਾ ਪਿਓਰ ਕਰਦੇ ਹਾਂ ਜੀ। ਠੀਕ ਹੈ ਜੀ। ਫਿਰ ਉਹ ਇਹਦੇ 'ਚ ਆ ਜਾਂਦਾ ਹੈ। ਇਹ ਸੇਮ ਚੀਜ਼ ਉਸੇ ਚੀਜ਼ ਨੂੰ ਉਸ ਤਰ੍ਹਾਂ ਹੀ ਰਿਪੀਟ ਕਰਕੇ ਫਿਰ ਉੱਪਰ ਜਾਂਦੀ ਹੈ, ਫਿਰ ਇੱਧਰ ਆ ਜਾਂਦੀ ਹੈ। ਫਿਰ ਉਹਦੇ ਵਿੱਚ ਕੋਈ ਧੂਲ ਫੂਸ ਜਿਹੜੇ ਜ਼ਿਆਦਾ ਕਮਜ਼ੋਰ ਦਾਣੇ ਹੁੰਦੇ ਜਿਹੜੇ ਉੱਡ ਜਾਂਦੇ ਆ, ਉਹ ਇਹਨਾਂ ਦੇ ਵਿੱਚ ਨੂੰ ਹੋ ਕੇ ਜਾਂਦੇ ਆ ਇਹ ਬਾਹਰ। ਜੋ ਧੂਲ ਆ ਫੂਸ ਜਿਹਨੂੰ ਸਾਰਾ ਬਾਹਰ ਹਾਂ ਮਰਿਆ ਦਾਣਾ ਕਹਿ ਲਓ ਕੁਛ, ਫਿਰ ਇਹਦੇ ਵਿੱਚ ਆ ਜਾਂਦਾ ਹੈ। ਉਹੀ ਮਸ਼ੀਨ ਵਾਲਾ ਕੰਮ ਫਿਰ ਇੱਥੇ ਹੁੰਦਾ। ਇਹ ਫਿਰ ਇਸ ਤਰ੍ਹਾਂ ਉਵੇਂ ਜਿਵੇਂ ਬੈਗ ਲੱਗਦੇ ਆ, ਇਹਦੇ 'ਚ ਵੀ ਕੰਕੜ ਪੱਥਰ, ਕੋਈ ਹੋਰ ਇੱਕ ਬੰਟ ਦਾਣਾ ਹੁੰਦਾ ਜਿਹਦਾ ਮੂੰਹ ਕਾਲਾ ਜਿਹਾ ਹੋਇਆ ਹੁੰਦਾ, ਉਹ ਸਾਰੇ ਇੱਥੇ ਕੱਢ ਦਿੰਦੇ ਆ। ਇੱਥੇ ਆ ਕੇ ਫਿਰ ਉਰੇ ਆ ਜਾਂਦਾ ਹੈ। ਠੀਕ ਹੈ। ਉਹ ਉੱਥੇ ਤਾਂ ਮਸ਼ੀਨ ਨੇ ਗ੍ਰੇਡ ਕਰਿਆ, ਫਿਰ ਇੱਥੇ ਆ ਕੇ ਗ੍ਰੇਡ ਕਰਿਆ, ਇੱਥੇ ਆ ਕੇ ਫਿਰ ਇਸੇ ਚੀਜ਼ ਨੂੰ ਫਿਰ ਰਿਪੀਟ ਕਰਕੇ ਉੱਪਰ ਜਾਂਦੀ ਹੈ। ਉਸ ਤੋਂ ਬਾਅਦ ਫਿਰ ਇਹ ਇੱਥੇ ਆ ਜਾਂਦਾ ਇਹ ਫਿਰ ਉਸ ਤਰ੍ਹਾਂ ਹੀ ਕਰਦੀ ਹੈ। ਇਹ ਤੁਹਾਨੂੰ ਇੱਧਰ ਤੇ ਦਿਖਾਉਂਦੇ ਜਿਹੜੀ ਛੱਜ ਲੱਗੇ ਹੁੰਦੇ ਆ। ਤੇ ਇਹ ਜਿਹੜੇ ਨਾ ਇਹ ਜਦ ਇੱਦਾਂ ਕਰਦਾ, ਇਹ ਚੱਲਦਾ ਹੈ, ਇਹ ਛੱਜ ਲੱਗੇ ਹੋਏ ਹੁੰਦੇ ਆ। ਉਹ ਜਿਹੜਾ ਮੋੜ ਕੇ ਰੱਖਿਆ ਉਹਦੀ ਉਹ ਗ੍ਰੇਡਿੰਗ ਕਿੰਨੀ ਕੁ ਹੋਊਗੀ, ਕਿੰਨੇ ਇਹ ਇਹਨਾਂ ਨੂੰ ਐਡਜਸਟ ਕਰਨੇ ਨੂੰ ਇਹਨਾਂ ਦੇ ਲੀਵਰ ਹੈ, ਇਹ ਕੰਮ ਕਰਦੇ ਆ। ਉਹ ਜੇ ਛੱਜ ਜ਼ਿਆਦਾ ਬਰੀਕ ਰੱਖਣਾ ਹੈ ਉਹਨੂੰ ਫਿਰ ਦੂਜਾ ਛੱਜ ਬਦਲ ਕੇ ਲਾ ਦਿੰਦੇ ਆ ਜਾਂ ਫਿਰ ਤੀਜਾ ਬੁਲਾ ਦਿੰਦੇ ਆ। ਇਹ ਛੱਜਾਂ ਦੇ ਨੰਬਰ ਹੁੰਦੇ ਆ ਵੀ ਕਿਸ ਤਰ੍ਹਾਂ ਦੀ ਵੈਰਾਈਟੀ ਅਸੀਂ ਗ੍ਰੇਡਿੰਗ ਕਰ ਰਹੇ ਹਾਂ, ਕਿੱਥੇ ਕਿੱਦਾਂ ਨਹੀਂ। ਫਿਰ ਉਹੀ ਇਸ ਚੀਜ਼ ਨੂੰ ਉਸ ਤਰ੍ਹਾਂ ਹੀ ਫੇਰ ਕਰਕੇ ਫਿਰ ਇਹਦੇ 'ਚ ਆ ਕੇ ਫਿਰ ਅਸੀਂ ਫਾਈਨਲ ਇਹਦੇ 'ਚ ਕਰ ਦਿੰਦੇ ਹਾਂ। ਇੱਥੇ ਲਿਆ ਕੇ ਫਿਰ ਇਹ ਸਾਡੇ ਕੋਲ ਇਹ ਕੰਡੇ ਲੱਗੇ ਹੋਏ ਆ, ਇਹਦੇ 'ਚ ਬੈਗ ਲਾ ਦਿੰਦੇ ਹਾਂ। ਜਾਂ ਕਈ ਵਾਰੀ ਇੱਥੇ ਜਿਹੜਾ ਇਹਦੇ 'ਚ ਜਾਂ ਭਰ ਜਾਂਦਾ,
ਫਿਰ ਇੱਥੇ ਬੈਗ ਦੇ ਵਿੱਚ ਭਰ ਕੇ ਫਿਰ ਨਾਲ ਦੀਆਂ ਪੇਮੈਂਟ ਕਰਕੇ ਉਹਦੀ 40 kg ਅਸੀਂ ਕਣਕ ਰੱਖਦੇ ਹਾਂ, 30 kg ਅਸੀਂ ਪੈਡੀ ਰੱਖਦੇ ਹਾਂ ਅਤੇ ਉਹਦੀ ਫਿਰ ਪੈਕਿੰਗ ਕਰਕੇ ਸਾਡੇ ਕੋਲ ਉਹ ਬੈਗ ਵਗੈਰਾ ਪਏ ਤਿਆਰ ਹੋਏ। ਜਿਹੜੀ ਬਾਸਮਤੀ ਵਗੈਰਾ ਹੁੰਦੀ ਹੈ ਕਿਉਂਕਿ ਇਹ ਜ਼ਿਆਦਾ ਨਹੀਂ ਲੱਗਦੀ, 1 ਬਿੱਗੇ 'ਚ 1 ਕਿਲੋ ਲੱਗਦੀ ਹੈ ਅਤੇ ਫਿਰ ਇਹ 10 ਕਿਲੋ ਦੀ ਪੈਕਿੰਗ ਕਰਦੇ ਹਾਂ ਅਤੇ ਇਸ ਤਰ੍ਹਾਂ ਹਾਂ। ਇਹ DAF ਦਾ ਮਤਲਬ ਦਲਾਨਪੁਰ ਐਗਰੋ ਫਾਰਮ। ਠੀਕ ਹੈ। ਓਕੇ, ਇਹਦੇ ਉੱਤੇ ਫਿਰ ਜਿਹੜਾ ਇਹਦਾ ਮੰਨ ਲਓ ਹਾਂ ਇਹਦੇ 'ਚ ਦੇਖੋ ਹੋਰ ਸਾਰਾ ਹੈ ਨਾ ਇੱਕ ਮਿੰਟ ਤਾਂ ਉਹ ਜਿਹੜੀ ਕਿਹੜੀ ਕੌਰਪ ਮਤਲਬ ਫਸਲ ਹੈ ਪੈਡੀ ਹੈ ਮਤਲਬ ਇਹਦੇ 'ਚ ਅਤੇ ਉਹਦੀ ਵੈਰਾਈਟੀ ਹੈ ਵੀ ਕਿਸ ਤਰ੍ਹਾਂ, ਜਿਸ ਤਰ੍ਹਾਂ ਇਹ 114 ਵੈਰਾਈਟੀ ਹੈ ਇਹ, ਠੀਕ ਹੈ। ਫਿਰ ਜਿਹੜਾ ਇਹ ਕਿਸ ਕਲਾਸ ਦੀ ਹੈ, ਇਹਦੇ 'ਚ 3 ਕਲਾਸਾਂ ਹੁੰਦੀਆਂ। ਇੱਕ ਬਰੀਡਰ ਲਿਆਉਣਾ ਸਿੱਧਾ ਜਿਹੜੀ ਯੂਨੀਵਰਸਿਟੀ ਤੋਂ, ਠੀਕ ਹੈ ਜੀ, ਉਸ ਨੂੰ ਜਦ ਬੀਜਦੇ ਆ ਜਿਹੜੀ ਉਸ ਤੋਂ ਤਿਆਰ ਹੁੰਦੀ ਹੈ ਨਾ ਉਸ ਨੂੰ ਫਾਊਂਡੇਸ਼ਨ ਕਹਿੰਦੇ ਆ, ਫਾਊਂਡੇਸ਼ਨ ਸੀਡ। ਠੀਕ ਹੈ ਜੀ। ਫਿਰ ਫਾਊਂਡੇਸ਼ਨ ਨੂੰ ਜਦ ਫਿਰ ਬੀਜਦੇ ਆ ਰਿਪੀਟ ਕਰਕੇ ਫਿਰ ਸਾਡੇ ਕੋਲ ਸਰਟੀਫਾਈਡ ਆ ਜਾਂਦਾ, ਸਰਟੀਫਾਈਡ ਸੀਡ। ਠੀਕ ਹੈ। ਫਿਰ ਜਦ ਸਰਟੀਫਾਈਡ ਨੂੰ ਫਿਰ ਬੀਜਦੇ ਆ ਫਿਰ ਸਾਡੇ ਕੋਲ TL ਆ ਜਾਂਦਾ, ਟਰਾਇਲਡ, ਮਤਲਬ 3 ਟਰਾਇਲਡ ਦੇ ਬਾਅਦ ਠੀਕ ਹੈ ਫਿਰ ਅਸੀਂ ਨਹੀਂ ਬੀਜਦੇ ਕਿਉਂਕਿ ਉਹਦੀ ਫਿਰ ਪਿਓਰਟੀ ਖਤਮ ਹੋ ਜਾਂਦੀ ਹੈ। ਓਕੇ ਜੀ। ਅਤੇ ਉਸ ਤੋਂ ਬਾਅਦ ਫਿਰ ਇਹ ਲੋਟ ਨੰਬਰ ਹੁੰਦਾ ਵੀ ਕਿਸੇ ਨੂੰ ਅਸੀਂ ਥੈਲਾ ਦਿੱਤਾ ਹੈ, ਉਹਦੇ 'ਚ ਕੋਈ ਕਿਸੇ ਨੇ ਕੋਈ ਸਾਨੂੰ ਨੁਕਸ ਦੱਸਿਆ, ਕੋਈ ਗੱਲ ਦੱਸੀ, ਕੋਈ ਕੰਪਲੇਂਟ ਦੱਸੀ, ਤਾਂ ਕਿ ਅਸੀਂ ਉਧਰ ਫੱਟਦੇ ਗਏ ਇਸ 'ਤੇ ਲੋਟ ਨੰਬਰ 'ਤੇ ਫੜ ਸਕਦੇ ਹਾਂ ਇਹ ਫਲਾਣੇ ਖੇਤ ਦਾ ਸੀਗਾ ਜਾਂ ਇਹ ਫਲਾਣੀ ਜਗ੍ਹਾ ਤੋਂ ਸਾਡੇ ਕੋਲ ਆਇਆ। ਫਿਰ ਅੱਗੇ ਸਾਲ ਹੈ ਉਹਦੇ 'ਚ ਫਿਰ ਜਿਹੜੇ ਟੈਸਟ ਕਰੇ ਹੁੰਦੇ ਅਸੀਂ ਕਿਉਂਕਿ ਉੱਤੇ ਤੇ ਲੈਬੋਰਟਰੀ ਤੋਂ ਟੈਸਟ ਕਰਾਉਂਦੇ ਆ ਨਾ, ਉਹਦੇ 'ਚ ਜਰਮੀਨੇਸ਼ਨ ਕਿੰਨੀ ਹੋਈ ਹੈ, ਉਹਦੇ 'ਚ ਪਿਓਰਟੀ ਕਿੰਨੀ ਮਿਲੀ ਹੈ, ਮੋਇਸਚਰ ਉਹਦੇ 'ਚ ਕਿੰਨਾ ਹੈ, ਇਹ ਸਾਰੀਆਂ ਚੀਜ਼ਾਂ ਹੈ, ਉਹਦਾ ਨੈਟ ਵੇਟ ਕਿੰਨਾ ਹੈ, ਇਹ ਸਾਰੀਆਂ ਚੀਜ਼ਾਂ ਫਿਰ ਇਹਦੇ 'ਤੇ ਬੈਗ ਦੇ ਉੱਤੇ ਲਿਖਦੇ ਹਾਂ ਤਾਂ ਕਿ ਲੈ ਲਓ ਤੁਸੀਂ ਨਾਲ ਦੀ ਨਾਲ ਚਾਬੀ ਲੈ ਲਓ, ਕੋਈ ਨਹੀਂ ਫੜ ਲਓ, ਫੜੀ ਜਾਓ। ਤੁਸੀਂ ਨਹੀਂ ਪੀਂਦੇ ਸਰ? ਮੈਂ ਅਜੇ ਹੁਣ ਮੇਰੇ ਕੋਲ ਹੋਰ ਬੈਠੇ ਸੀਗੇ ਬੰਦੇ, ਮੈਂ ਉਹਨਾਂ ਕੋਲ ਪੀ ਕੇ ਆਇਆ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਤੁਹਾਨੂੰ ਅੱਗੇ ਦੱਸਣੇ। ਇਹ ਦੇਖੋ ਜਿਹੜਾ ਸਾਡੇ ਕੋਲ ਅਸੀਂ ਬੀਜ ਤਿਆਰ ਕਰਦੇ ਹਾਂ ਨਾ, ਇਹ ਫਿਰ ਸਾਨੂੰ ਉੱਥੇ ਬੀਜ ਜਿਹੜਾ ਸੀਡ ਆਫਿਸ ਹੈ ਨਾ, ਸੀਡ ਸਰਟੀਫਿਕੇਸ਼ਨ ਆਫਿਸ, ਉੱਥੇ ਤੇ ਮੋਹਾਲੀ ਤੋਂ ਇਹ ਸਾਨੂੰ ਇੱਕ ਟੈਗ ਦਿੰਦੇ ਆ। ਓਕੇ ਜੀ। ਇਹ ਟੈਗ ਸਾਨੂੰ ਹਰੇਕ ਦੇ ਨਾਲ ਲਾਉਣਾ ਪੈਂਦਾ ਹੈ ਕਿਉਂਕਿ ਇਹ ਇਸ ਚੀਜ਼ ਨੂੰ ਪ੍ਰੂਫ ਕਰਦਾ ਹੈ ਵੀ ਇਹ ਜਿਹੜਾ ਹੈ ਮਨਜ਼ੂਰ ਸ਼ੁਦਾ ਹੈ, ਇਹ ਮਤਲਬ ਸਾਰੇ ਟੈਸਟਾਂ ਦੇ ਵਿੱਚ ਦੀ ਨਿਕਲ ਕੇ ਆਇਆ ਹੋਇਆ ਹੈ ਜੀ, ਵੀ ਇਹਦੀ ਪਿਓਰਟੀ ਦੀ ਗਰੰਟੀ ਹੈਗੀ। ਇਹ ਕਾਰਡ ਥੋੜ੍ਹੇ ਜਿਹੇ ਬਚੇ ਹੋਏ ਆ, ਇਹ ਵੀ ਸੇਮ ਚੀਜ਼ ਹੀ ਹੈ ਇਹਨਾਂ 'ਤੇ। ਨੈਕਸਟ ਪੈਕਿੰਗ ਕੋਈ ਹੋਊਗੀ ਉਹਦੇ? ਹਾਂ ਉਹਦੇ ਵਾਸਤੇ ਹੈ। ਅਤੇ ਤੁਸੀਂ ਦੇਖ ਲਿਆ। ਫਿਰ ਕਈ ਵਾਰੀ ਹੁੰਦੀ ਹੈ ਜਿਹੜੀ ਕੱਲੀ ਮਸ਼ੀਨ ਹੈ ਨਾ, ਇਹ ਮੰਨ ਲਿਆ ਵੀ ਅਸੀਂ ਕੋਈ ਚੀਜ਼ ਦੀਆਂ ਕਿਸੇ ਦੀ ਚਲੋ 100 ਬੈਗ ਭਰਨਾ ਹੈ, ਫਿਰ ਅਸੀਂ ਐਡਾ ਬੜਾ ਨਹੀਂ, ਕਿਉਂਕਿ ਜਿੱਥੇ 1000-1200 ਬੈਗ ਭਰਨਾ ਹੈ ਫਿਰ ਉਹਨਾਂ ਦੇ ਵਿੱਚੋਂ ਜਿਹੜੇ ਮਤਲਬ ਇਹ ਸਾਰਾ ਛੋਟੀ ਜਿਹੀ ਵੈਰਾਈਟੀ ਨੂੰ ਮਤਲਬ ਕਰਕੇ ਗ੍ਰੇਡਿੰਗ ਕਰਕੇ ਇਹ ਇੱਥੇ ਕੰਮ ਚਲਾ ਦਿੰਦੀ ਹੈ। 100 200 500 ਬੈਗ ਤੱਕ ਦੀ ਕਪੈਸਿਟੀ ਹੈ ਤੁਸੀਂ? ਨਹੀਂ ਮਤਲਬ ਕਪੈਸਿਟੀ ਤਾਂ ਇਹਦੀ ਬਹੁਤ ਹੈ ਜਿੰਨੀ ਮਰਜ਼ੀ ਕੋਈ, ਪਰ ਇਹ ਫਿਰ ਟਾਈਮ ਜ਼ਿਆਦਾ ਲੈਂਦੀ ਹੈ, ਇਹ ਟਾਈਮ ਜ਼ਿਆਦਾ ਲੈਂਦੀ ਹੈ ਅਤੇ ਇਸ ਕਰਕੇ ਫਿਰ ਅਸੀਂ ਜਦ ਦੇਖਿਆ ਵੀ ਕੋਈ ਸਾਨੂੰ ਕੋਈ ਕਸਟਮਰ ਜ਼ਿਆਦਾ ਆ ਗਏ ਵੀ ਇੱਥੇ 100 ਬੈਗ ਦਾ ਹੀ ਹੈ, ਉਹਨੂੰ ਨਾਲ ਦੀ ਨਾਲ ਗ੍ਰੇਡਿੰਗ ਕਰਕੇ ਦੇਣੀ ਹੈ, ਫਿਰ ਇਹਦੇ ਵਿੱਚ ਕਰਨਾ ਹੈ। ਇਹ ਇਹਨਾਂ ਸਾਰੀਆਂ ਮਸ਼ੀਨਾਂ ਦਾ ਕੰਮ ਇਕੱਲੀ ਵੀ ਕਰ ਦਿੰਦੀ ਹੈ। ਓਕੇ। ਅਤੇ ਫਿਰ ਉਹੀ ਤੁਹਾਨੂੰ ਮੈਂ ਦਿਖਾਇਆ ਨਾ ਕੰਪਰੈਸ਼ਰ, ਇਹ ਬਹੁਤ ਬੜੀ ਪਾਵਰ ਦਾ ਕੰਪਰੈਸ਼ਰ ਹੈ। ਇਹ ਸਾਰੇ ਨੂੰ ਮਤਲਬ ਅਸੀਂ ਬੀਜ ਦੇ ਵਿੱਚ ਕੋਈ ਮਿਕਸਿੰਗ ਨਾ ਹੋ ਜਾਵੇ ਉਹ ਇਹਦੀ ਵਰਤੋਂ ਕਰਦੇ ਹਾਂ। ਕਲੀਨਿੰਗ ਵਾਸਤੇ ਆਪਾਂ ਜਾਣੀ ਇਹਨੂੰ ਹਾਂਜੀ। ਬਸ ਇਹ ਇਸ ਤਰ੍ਹਾਂ ਦਾ ਫੰਕਸ਼ਨ ਕਰਦੀ ਹੈ। ਅਤੇ ਹੋਰ ਪੁੱਛੋ ਤੁਸੀਂ ਕੋਈ ਸਵਾਲ? ਤੇ
ਇੱਕ ਜੀ ਮੈਂ ਇਹ ਜਾਣਨਾ ਚਾਹੁੰਦਾ, ਮੰਨ ਕੇ ਚਲੋ ਵੀ ਜਿੱਦਾਂ ਹੁਣ ਆਪਾਂ ਇੱਥੇ ਲਵੇ ਲਾਉਣੇ, ਤੁਸੀਂ ਐਗਰੀਕਲਚਰ ਕਰ ਰਹੇ ਹੋਗੇ, ਉਹ ਸਾਰਾ ਜਿਹੜੀ ਫਸਲ ਤੁਸੀਂ ਬੀਜਦੇ ਹੋ ਉਹ ਸਪੈਸ਼ਲ ਇਹਦੀ ਬੀਜ ਦੀ ਵੈਰਾਈਟੀ ਦੇ ਅਕੋਰਡਿੰਗਲੀ ਬੀਜਦੇ ਹੋ, ਜਾਂ ਕੋਈ ਹੋਰ ਸਪੈਸ਼ਲ ਫਸਲ ਜਿੱਦਾਂ ਆਲੂ ਵਗੈਰਾ ਦੀ ਆ, ਜਾਂ ਉਹਦੇ ਵਾਸਤੇ ਮੰਨ ਲਓ ਤੁਸੀਂ use ਕਰਦੇ ਨਹੀਂ, ਅਸੀਂ ਤਾਂ ਬਸ ਅਜੇ ਦੋ ਹੀ ਚੀਜ਼ਾਂ ਰੱਖੀਆਂ ਹੋਈਆਂ ਹੈ, ਝੋਨਾ ਤੇ ਕਣਕ। ਉਹ ਵੀ ਅਸੀਂ ਇਲਾਕਾ ਵਾਈਜ਼ ਦੇਖਦੇ ਹਾਂ ਵੀ ਮੰਨ ਲਿਆ ਵੀ ਕਿਸੇ ਇਲਾਕੇ 'ਚ ਪੂਸ਼ਾ 44 ਜ਼ਿਆਦਾ ਬੀਜੀ ਜਾਂਦੀ ਹੈ, ਠੀਕ ਹੈ ਜੀ। ਤੇ ਕਿਸੇ ਇਲਾਕੇ ਦੇ ਵਿੱਚ 114 ਬੀਜੇ, ਕਿਸੇ 121, ਕਿਸੇ 'ਚ ਕੋਈ, ਯਾਨੀ ਇਲਾਕਾ ਵਾਈਜ਼ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਤਾਂ ਕਿ ਉਹ ਬੀਜੀਆਂ ਜਾ ਉਹਨਾਂ ਦੀਆਂ ਵੈਰਾਈਟੀਆਂ ਵੀ ਉਹਨਾਂ ਦੇ। ਮੰਨ ਲਿਆ ਵੀ ਅਸੀਂ ਪੂਸ਼ਾ 44 ਦੇ 20 ਕਿੱਲੇ ਬੀਜ ਲਏ, ਸਾਨੂੰ ਦਿਖਦਾ ਹੈ ਵੀ ਇਹ ਸਾਡੇ 20 ਕਿੱਲੇ ਜਿਹੜੇ ਇੱਧਰ ਵਿਕ ਜਾਣੇ, ਤੇ ਉਸ ਹਿਸਾਬ ਨਾਲ ਫਿਰ ਅਸੀਂ ਮਤਲਬ ਅਲੱਗ-ਅਲੱਗ ਵੈਰਾਈਟੀ ਦੀ ਜਿਹੜੀ ਹੈਗੀ ਅਲੱਗ-ਅਲੱਗ ਵੈਰਾਈਟੀ ਦੀ ਅਲੱਗ-ਅਲੱਗ ਤਰ੍ਹਾਂ ਕਰਦੇ ਹਾਂ, ਕੁਆਂਟੀਟੀ ਉਨੀ ਬੀਜਦੇ ਹਾਂ ਤਾਂ ਕਿ ਸਾਡੀ ਮਤਲਬ ਸਾਰੀ ਇਹ ਵਿਕ ਜਾਵੇ। ਕਿੰਨੀ ਅਸੀਂ ਪਿਓਰ ਕਰ ਸਕਦੇ, ਕਿੰਨੀ ਨਹੀਂ। ਸੋ ਦੋਸਤੋ, ਇਹ ਸੀਗੀ ਆਪਣੀ ਇੱਕ ਸਪੈਸ਼ਲ ਵੀਡੀਓ ਜਿਹਦੇ ਵਿੱਚ ਆਪਾਂ ਬੀਜ ਦੀ ਗ੍ਰੇਡਿੰਗ ਦੇ ਬਾਰੇ ਜਿਹੜੀ ਸਾਰੀ ਗੱਲਬਾਤ ਆ ਕੀਤੀ ਆ। ਸਭ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਤੇ ਇੰਨੀ ਗਰਮੀ ਦੇ ਵਿੱਚ ਤੁਸੀਂ ਸਮਾਂ ਕੱਢਿਆ ਸਾਡੇ ਲਈ। ਗਰਮੀ 'ਚ ਖਾਦੀ ਕੋਈ ਗੱਲ ਨਹੀਂ, ਇਹ ਤਾਂ ਤੁਸੀਂ ਮਹਾਰਾਜ ਕਰੇ ਵੀ ਤੁਹਾਨੂੰ ਵੀ ਤਰੱਕੀਆਂ ਬਖਸ਼ੇ, ਤੁਸੀਂ ਜਿਸ ਮਕਸਦ ਨਾਲ ਵੀਡੀਓ ਬਣਾਉਂਦੇ ਇਹ ਤੁਹਾਡੀ ਅੱਗੇ ਜ਼ਿਆਦਾ ਚੱਲੇ। ਤੇ ਸ਼ੁਕਰੀਆ ਜੀ। ਚਲੋ ਠੀਕ ਹੈ।